ਹੈਲੋ एवरीवन ਐਂਡ ਵੈਲਕਮ ਬੈਕ ਟੂ ਐਨੀਬਾਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਦੇ ਵਿੱਚ ਨਾਇਬ ਤਹਿਸੀਲਦਾਰ ਜਿਹੜੀ ਆਪਣੀ ਪੀਪੀਐਸਸੀ ਦੀ ਸੀਰੀਜ਼ ਹੈ ਉਹਦਾ ਪਾਰਟ 27 ਦੇਖਾਂਗੇ। ਤੇ ਆਲਮੋਸਟ ਜਿਹੜੀ ਆਪਣੀ ਆ ਸੀਰੀਜ਼ ਜਿਹੜੀ ਕੰਪਲੀਟ ਹੋਣ ਵਾਲੀ ਹੈ ਕਿਉਂਕਿ 410 ਕੁਐਸਚਨ ਮੈਂ ਕਵਰ ਕਰ ਚੁੱਕਿਆ ਹਾਂ। ਤੇ ਇਨ ਕੇਸ ਜੇਕਰ ਪੇਪਰ ਥੋੜਾ ਡਿਲੇ ਹੁੰਦਾ ਹੈਗਾ ਮਾਰਚ ਜਾਂ ਅਪ੍ਰੈਲ ਦੇ ਵਿੱਚ ਜਾਂਦਾ ਹੈਗਾ ਕਿਉਂਕਿ ਮਾਰਚ ਦੇ ਵਿੱਚ ਤਾਂ ਡੈਫੀਨੇਟਲੀ ਮਤਲਬ ਕਿ ਫਰਵਰੀ ਦੇ ਵਿੱਚ ਤਾਂ ਡੈਫੀਨੇਟਲੀ ਨਹੀਂ ਹੋਊਗਾ, ਜਾਂ ਤਾਂ ਮਾਰਚ 'ਚ ਹੋ ਸਕਦਾ ਜਾਂ ਫਿਰ ਅਪ੍ਰੈਲ 'ਚ ਹੋ ਸਕਦਾ ਹੈਗਾ। ਤੇ ਉਸ ਸਿਚੁਏਸ਼ਨ ਦੇ ਹਿਸਾਬ ਨਾਲ ਆਪਾਂ 500 ਤੋਂ ਜ਼ਿਆਦਾ ਵੀ ਕੁਐਸਚਨ ਲੈ ਜਾਵਾਂਗੇ ਕਿਉਂਕਿ ਜੀਕੇ ਨੂੰ ਨਾ ਆਪਾਂ ਕਿਸੇ ਪਰਟੀਕੂਲਰ ਇਹ ਨਹੀਂ ਕਹਿ ਸਕਦੇ ਵੀ ਅੱਜ ਦੀ ਬਾਉਂਡਰੀ ਇਹਦੇ ਵੀ ਤੋਂ ਪੁੱਛਿਆ ਜਾਊਗਾ ਤੇ ਆਪਾਂ ਨੂੰ ਪਤਾ ਹੈ ਵੀ ਕਿਹੜੀ ਚੀਜ਼ ਪੜ੍ਹਨੀ ਹੈ। ਮਤਲਬ ਅੰਡਰ ਦਾ ਸਨ ਜਿਹੜਾ ਉਹ ਤੁਹਾਡਾ ਸਿਲੇਬਸ ਹੈ, ਜੋ ਵੀ ਕੁਛ ਹੈਗਾ ਸਨ ਦੇ ਅੰਡਰ ਆਉਂਦਾ ਹੈ ਜੀ, ਉਹ ਸਭ ਕੁਛ ਹੀ ਤੁਹਾਡਾ ਸਿਲੇਬਸ ਹੈ। ਫਿਰ ਵੀ ਮੈਂ ਕਾਫੀ ਜ਼ਿਆਦਾ ਇੰਪੋਰਟੈਂਟ MCQ ਚੱਕਣ ਦੀ ਕੋਸ਼ਿਸ਼ ਕੀਤੀ ਹੈ ਸੀਰੀਜ਼ ਦੇ ਵਿੱਚ। ਅੱਜ ਆਪਾਂ ਦੇਖਾਂਗੇ ਇਹਦਾ ਪਾਰਟ 27 ਤੇ ਤੁਸੀਂ ਮੇਰੀ ਹੋਰ ਵੀ ਵੀਡੀਓਜ਼ ਦੇਖ ਸਕਦੇ ਹੋ ਆਹ ਹੈਸ਼ਟੈਗ ਯੂਜ਼ ਕਰਕੇ, ਹੈਸ਼ਟੈਗ ਸਟੱਡੀ ਵਿਦ ਸੁਨੀਲ ਜਿੰਦਲ। ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਅੱਜ ਦਾ ਪਹਿਲਾ ਕੁਐਸਚਨ ਦੇਖਦੇ ਹਾਂ। ਵਿਚ ਕੰਟਰੀ ਟੋਪਡ ਦ ਕਰੋਨਾ ਵਾਇਰਸ ਪਰਫਾਰਮੈਂਸ ਇੰਡੈਕਸ ਰਿਲੀਜ਼ ਬਾय ਲੋਵੀ ਇੰਸਟੀਚਿਊਟ। ਯਾਨੀ ਕਿ ਇੱਕ ਲੋਈ ਇੰਸਟੀਚਿਊਟ ਹੈ ਜਿਹਨੇ ਕਿ ਕਰੋਨਾ ਵਾਇਰਸ ਪਰਫਾਰਮੈਂਸ ਇੰਡੈਕਸ ਰਿਲੀਜ਼ ਕੀਤਾ ਹੈਗਾ, ਯਾਨੀ ਕਿ ਕਿਹੜੀ ਕੰਟਰੀ ਨੇ ਵਧੀਆ ਪਰਫਾਰਮ ਕੀਤਾ ਪੈਂਡੇਮਿਕ ਦੇ ਦੌਰਾਨ ਤੇ ਕਿਹੜੀ ਨੇ ਘੱਟ ਕੀਤਾ ਪਰਫਾਰਮ। ਉਸ ਹਿਸਾਬ ਨਾਲ ਇਹ ਟੇਬਲ ਬਣਾਇਆ ਗਿਆ ਹੈ ਤੇ ਇਹਨੂੰ ਟੋਪ ਕਰਨ ਵਾਲਾ ਜਿਹੜਾ ਕੰਟਰੀ ਹੈ ਉਹ ਹੈਗਾ ਜੀ ਨਿਊਜ਼ੀਲੈਂਡ। ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ। ਇੱਕ ਇੰਡੈਕਸ ਵੀ ਆਪਾਂ ਦੇਖ ਲੈਂਦੇ ਹਾਂ ਜੀ, ਜਿਵੇਂ ਪਹਿਲੇ ਤੇ ਨਿਊਜ਼ੀਲੈਂਡ ਰਿਹਾ, ਦੂਜੇ ਤੇ ਵੀਅਤਨਾਮ, ਫਿਰ ਤਾਇਵਾਨ, ਫਿਰ ਥਾਈਲੈਂਡ ਤੇ ਸਾਈਪਰਸ। ਤੇ ਜੇਕਰ ਹੁਣ ਮੈਂ ਗੱਲ ਕਰਾਂ ਆਪਣੇ ਇੰਡੀਆ ਦੀ, ਉਹਦਾ ਕੀ ਰੈਂਕ ਰਿਹਾ, ਕਿਉਂਕਿ ਦੋ ਚੀਜ਼ਾਂ ਪੁੱਛੀਆਂ ਜਾਂਦੀਆਂ ਨੇ ਮੋਸਟਲੀ ਕਿ ਫਸਟ ਰੈਂਕ ਕਿਹਦਾ ਰਿਹਾ ਤੇ ਸੈਕਿੰਡ ਇੰਡੀਆ ਦਾ ਕੀ ਰੈਂਕ ਰਿਹਾ ਉਹਦੇ ਵਿੱਚ। ਕੋਈ ਵੀ ਤੁਸੀਂ ਇਨ ਕੇਸ ਇਨ ਫਿਊਚਰ ਵੀ ਕੋਈ ਵੀ ਇੰਡੈਕਸ ਜੇਕਰ ਪੜ੍ਹ ਰਹੇ ਹੋ ਤਾਂ ਟਰਾਈ ਕਰਨਾ ਕਿ ਪਹਿਲੇ ਨੰਬਰ 'ਤੇ ਕੌਣ ਹੈ ਤੇ ਦੂਜਾ ਇੰਡੀਆ ਦਾ ਕਿਹੜਾ ਰੈਂਕ ਹੈ ਉਸ ਇੰਡੈਕਸ ਦੇ ਵਿੱਚ। ਆਹ ਦੋਨੋਂ ਚੀਜ਼ ਤਾਂ ਤੁਸੀਂ ਦੇਖਣੀ ਹੀ ਦੇਖਣੀ ਹੈ। ਤਾਂ ਇਸ ਕੁਐਸਚਨ ਦਾ ਆਨਸਰ ਤਾਂ ਦਿੱਤਾ ਮੈਂ ਹੁਣ, ਤੇ ਨਾਲੇ ਦੱਸ ਦਿੰਦਾ ਕਿ ਇੰਡੀਆ ਦਾ ਕਿਹੜਾ ਰੈਂਕ ਰਿਹਾ ਹੈ। ਆ ਰਿਹਾ ਹੈ ਜੀ 86 ਰੈਂਕ। ਨਿਊਜ਼ੀਲੈਂਡ ਨੇ ਟੌਪ ਕੀਤਾ। ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ। ਮੂਵਿੰਗ ਔਨ ਟੂ ਦਾ ਨੈਕਸਟ ਕੁਐਸਚਨ, ਹਾਊ ਮੈਨੀ ਰਿਟਸ ਆਰ ਦੇਅਰ ਇਨ ਆਵਰ ਕਨਸਟੀਟਿਊਸ਼ਨ ਆਫ ਇੰਡੀਆ। ਯਾਨੀ ਕਿ ਜਿਹੜਾ ਆਪਣਾ ਭਾਰਤ ਦਾ ਸੰਵਿਧਾਨ ਹੈ ਉਹਦੇ ਵਿੱਚ ਕਿੰਨੀ ਰਿਟਾਂ ਪ੍ਰੈਜ਼ੈਂਟ ਨੇ। ਤਾਂ ਟੋਟਲ ਰਿਟ ਨੇ ਜੀ 5। ਕਿਹੜੀਆਂ ਨੇ ਉਹ ਨੇ ਹੈਬੀਅਸ ਕੋਰਪਸ, ਮੈਂਡਮਸ, ਪ੍ਰੋਹਿਬਿਸ਼ਨ, ਸਰਸ਼ਰੀ ਐਂਡ ਕਿਊ ਵਾਰੰਟੋ। ਤੇ ਇਹਨਾਂ ਬਾਰੇ ਜੇ ਤੁਸੀਂ ਡਿਟੇਲ ਦੇ ਵਿੱਚ ਜਾਣਾ ਚਾਹੁੰਦੇ ਹੋ ਨਾ ਤਾਂ ਆਪਣੀ ਜਿਹੜੀ ਪੋਲਿਟੀ ਦੀ ਸੀਰੀਜ਼ ਚੱਲ ਰਹੀ ਹੈ ਉਹਦੇ ਵਿੱਚ ਮੈਂ ਕਾਫੀ ਡੀਪਲੀ, ਕਿਉਂਕਿ ਜਿਹੜਾ ਨੈਕਸਟ ਪਾਰਟ ਆਊਗਾ ਮੈਂ ਉਹਦੇ ਵਿੱਚ ਤੁਹਾਨੂੰ ਡੈਫੀਨੇਟਲੀ ਡੀਪਲੀ ਦੱਸਾਂਗਾ ਇਹਨਾਂ ਰਿਟਸ ਬਾਰੇ। ਤੇ ਪਾਰਟ 15 ਦੇ ਵਿੱਚ ਵੀ ਮੈਂ ਕਾਫੀ ਕੁਝ ਡਿਸਕਸ ਕੀਤਾ, ਉਹ ਜਾ ਕੇ ਤੁਸੀਂ ਦੇਖ ਸਕਦੇ ਹੋ। ਤੇ ਆਪਾਂ ਇਹਨਾਂ ਰਿਟ ਜਿਹੜਾ ਹੈ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਕਿਸ ਆਰਟੀਕਲ ਦੇ ਅੰਡਰ ਜਾ ਸਕਦੇ ਹਾਂ, ਉਹ ਵੀ ਬਹੁਤ ਵਾਰ ਐਗਜ਼ਾਮ 'ਚ ਪੁੱਛਿਆ ਹੈਗਾ। ਤਾਂ ਆਰਟੀਕਲ ਨੰਬਰ 226 ਤੇ ਇੱਥੇ 32 ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਤੇ ਧਿਆਨ ਰੱਖਿਓ ਤੁਸੀਂ। ਮੈਂ ਤਾਂ ਹੀ ਕਹਿੰਦਾ ਕਿ ਨੋਟਬੁੱਕ ਲੈ ਕੇ ਬੈਠਾ ਕਰੋ, ਕਿਉਂਕਿ ਮੈਂ ਕੁਐਸਚਨ ਦੇ ਇਲਾਵਾ ਬਹੁਤ ਸਾਰੀ ਇਨਫੋਰਮੇਸ਼ਨ ਦੱਸਦਾ ਤੁਹਾਨੂੰ ਜੋ ਕਿ ਐਗਜ਼ਾਮ ਲਈ ਇੰਪੋਰਟੈਂਟ ਨੇ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਜੀ, ਅਰਵਿੰਦ ਕੇਜਰੀਵਾਲ ਹੈਜ਼ ਬੀਨ ਸਿਲੈਕਟਡ ਫਰੋਮ ਦਾ ਰਮਨ ਮੈਗਸੇਸੇ ਅਵਾਰਡ ਫॉर 2006 ਫॉर ਹਿਜ਼ ਇੰਪੋਰਟੈਂਟ ਕੰਟਰੀਬਿਊਸ਼ਨ ਇਨ ਦਾ ਫੀਲਡ। ਮੈਂ ਰਮਨ ਮੈਗਸੇਸੇ ਅਵਾਰਡ ਦੇ ਬਾਰੇ ਦੱਸ ਚੁੱਕਿਆ ਤੁਹਾਨੂੰ ਕਿ ਇਹ ਫਿਲੀਪਾਈਨਸ ਗੌਰਮੈਂਟ ਦਿੰਦੀ ਹੈ ਤੇ ਆ 2006 ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੀ ਮਿਲ ਚੁੱਕਿਆ, ਜੋ ਕਿ ਐਟ ਪ੍ਰੈਜ਼ੈਂਟ ਦਿੱਲੀ ਦੇ CM ਨੇ, ਤੁਸੀਂ ਸਾਰੇ ਹੀ ਜਾਣਦੇ ਹੋ। ਤੇ ਉਹਨਾਂ ਨੇ ਕਿਸ ਚੀਜ਼ ਦੇ ਕੰਟਰੀਬਿਊਸ਼ਨ ਲਈ ਮਿਲਿਆ ਸੀਗਾ, ਤਾਂ ਉਹ ਮਿਲਿਆ ਸੀਗਾ ਜੀ ਆਪਸ਼ਨ ਨੰਬਰ ਸੀ, ਰਾਈਟ ਟੂ ਇਨਫੋਰਮੇਸ਼ਨ ਮੂਵਮੈਂਟ ਸੀਗੀ ਜਿਹੜੀ, ਤੇ ਇੰਪਾਵਰਿੰਗ ਸਿਟੀਜ਼ਨ ਟੂ ਫਾਈਟ ਅਗੇਂਸਟ ਕਰਪਸ਼ਨ। ਤਾਂ ਇਸ ਮੂਵਮੈਂਟ ਦੇ ਲਈ ਜੋ ਹੈ ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਸੀਗਾ, ਰਮਨ ਮੈਗਸੇਸੇ ਅਵਾਰਡ। ਕਈ ਵਾਰ ਪੁੱਛ ਲੈਂਦੇ ਨੇ ਕਿਹੜੀ ਗੌਰਮੈਂਟ ਦਿੰਦੀ ਹੈ, ਯਾਨੀ ਕਿ ਕਿਹੜੇ ਦੇਸ਼ ਦੀ ਗੌਰਮੈਂਟ, ਤਾਂ ਫਿਲੀਪੀਨਸ ਦੀ ਗੌਰਮੈਂਟ ਦਿੰਦੀ ਹੈ ਜੀ। ਉਹਨਾਂ ਦੇ ਇੱਕ ਪ੍ਰੈਜ਼ੀਡੈਂਟ ਸੀਗੇ, ਉਹਨਾਂ ਦੇ ਨਾਮ ਤੇ ਹੀ ਜਿਹੜਾ ਇਹ ਅਵਾਰਡ ਦਾ ਨਾਮ ਹੀ ਰੱਖਿਆ ਗਿਆ ਹੈਗਾ। ਤੇ ਪੋਲੀਟਿਕਸ ਜੁਆਇਨ ਕਰਨ ਤੋਂ ਪਹਿਲਾਂ ਜੀ ਜੇ ਮੈਂ ਗੱਲ ਕਰਾਂ ਅਰਵਿੰਦ ਕੇਜਰੀਵਾਲ ਦੀ, ਤਾਂ ਉਹ ਕੀ ਸੀਗੇ IRS ਯਾਨੀ ਕਿ ਇੰਡੀਅਨ ਰੈਵਨਿਊ ਸਰਵਿਸਿਜ਼ ਦੇ ਵਿੱਚ ਸੀਗੇ। ਆ ਤੁਸੀਂ ਉਹਨਾਂ ਦੀ ਇਮੇਜ ਦੇਖ ਰਹੇ ਹੋ ਜਦੋਂ ਅਵਾਰਡ ਲੈ ਰਹੇ ਸੀਗੇ। ਤੇ ਨੈਕਸਟ ਕੁਐਸਚਨ 'ਤੇ ਜਾਣ ਤੋਂ ਪਹਿਲਾਂ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਵੀਰੇ ਬਹੁਤ ਹੀ ਘੱਟ ਰੇਸ਼ੋ ਹੈ ਜਿਹੜੇ ਬੱਚੇ ਦੇਖਦੇ ਨੇ ਤੇ ਸਬਸਕ੍ਰਾਈਬ ਨਹੀਂ ਕਰਦੇ ਹੈਗੇ। ਤਾਂ ਮੈਂ ਬਾਰ-ਬਾਰ ਆਹੀ ਗੱਲ ਰਿਪੀਟ ਕਰਦਾ ਕਿ ਜੇਕਰ ਚੈਨਲ ਤੁਹਾਨੂੰ ਹੈਲਪ ਮਿਲ ਰਹੀ ਹੈ ਇਸ ਚੈਨਲ ਤੋਂ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਜੀ, ਤੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਅਗਲੀ ਵੀਡੀਓਜ਼ ਵੀ ਨੋਟੀਫਿਕੇਸ਼ਨ ਮਿਲਦੀ ਰਹੇ। ਕਿਉਂਕਿ ਬਹੁਤ ਬੱਚੇ ਕਹਿੰਦੇ ਨੇ ਕਿ ਸਰ ਵੀਡੀਓ ਦਾ ਪਤਾ ਨਹੀਂ ਲੱਗਦਾ ਹੈਗਾ, ਉਹ ਆਹੀ ਰੀਜ਼ਨ ਹੈ ਕਿਉਂਕਿ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਬੈਲ ਨਹੀਂ ਦਬਾਈ ਹੋਈ ਜੀ। ਤੇ ਜਿਹੜਾ ਤੁਹਾਨੂੰ PDF ਹੈ ਉਹ ਮਿਲੂਗੀ ਟੈਲੀਗ੍ਰਾਮ ਦੇ ਲਿੰਕ 'ਤੇ। ਆਲਮੋਸਟ ਮੈਂ ਸਾਰੀ PDF ਪਾ ਚੁੱਕਿਆ ਹੈਗਾ। ਤੇ ਜੇਕਰ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਜਾਂ ਫੇਸਬੁੱਕ 'ਤੇ ਪੁੱਛ ਸਕਦੇ ਹੋ। ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤਿੰਨੋਂ ਦਾ। ਕੋਈ ਵੀ ਕੁਐਰੀ ਹੈ
ਬੇਝਿਜਕ ਹੋ ਕੇ ਤੁਸੀਂ ਪੁੱਛ ਸਕਦੇ ਹੋ। ਨੈਕਸਟ ਕੁਐਸਚਨ ਹੈ ਸਾਇੰਸ ਦਾ, ਅਰਥਸ ਇਸਕੇਪ ਵੈਲੋਸਿਟੀ, ਯਾਨੀ ਕਿ ਉਹ ਕਿਹੜੀ ਵੈਲੋਸਿਟੀ ਹੈ, ਫਿਰ ਸਪੀਡ ਹੈ ਜਿਹਦੇ ਨਾਲ ਕੋਈ ਚੀਜ਼ ਅਗਰ ਉਸ ਸਪੀਡ ਵਿੱਚ ਆਵੇ ਤਾਂ ਉਹ ਅਰਥ ਦੇ ਐਟਮੋਸਫੇਅਰ ਤੋਂ ਬਾਹਰ ਚਲੀ ਜਾਏਗੀ, ਵਾਪਸ ਅਰਥ ਦੇ ਵਿੱਚ ਨਹੀਂ ਆਵੇਗੀ। ਬੇਸਿਕਲੀ ਹੁੰਦਾ ਕੀ ਹੈ, ਮੰਨ ਲਓ ਆਪਾਂ ਕੋਈ ਚੀਜ਼ ਕੀ ਸਰਫੇਸ 'ਤੇ ਖੜ੍ਹੇ ਹਾਂ ਅਤੇ ਆਪਾਂ ਕੋਈ ਚੀਜ਼ ਨਾ ਉੱਪਰ ਨੂੰ ਸੁੱਟਦੇ ਹਾਂ, ਅਲਟੀਮੇਟਲੀ ਕੀ ਹੋਊਗਾ, ਉਹ ਵਾਪਸ ਥੱਲੇ ਹੀ ਆਉਂਦੀ ਹੈ, ਭਾਵੇਂ ਤੁਸੀਂ ਜਿੰਨੀ ਮਰਜ਼ੀ ਜ਼ੋਰ ਦੀ ਸਿੱਟ ਲਓ। ਤਾਂ ਉਹ ਕਿਹੜੀ ਸਪੀਡ ਹੋਵੇਗੀ ਕਿ ਅਰਥ ਤੋਂ ਬਾਹਰ ਹੀ ਚਲੀ ਜਾਵੇ ਉਹ। ਜਾਂ ਫਿਰ ਮੈਂ ਦੂਜੇ ਸ਼ਬਦ ਵਿੱਚ ਆ ਕਹਾਂ ਕਿ ਜਿਹੜੀ ਭਾਈ ਕੋਈ ਚੀਜ਼ ਸਿੱਟਦੇ ਹਾਂ ਅਤੇ ਵਾਪਸ ਗਿਰ ਜਾਂਦੀ ਹੈ, ਟੈਕਨੀਕਲੀ ਹੁੰਦਾ ਤਾਂ ਆਹੀ ਹੈ, ਲੇਕਿਨ ਆਪਾਂ ਉਹਨੂੰ ਕਹਿ ਦਿੰਦੇ ਹਾਂ ਕਿ ਜਿਹੜੀ ਅਰਥ ਦੀ ਗ੍ਰੈਵਿਟੀ ਹੈ ਉਹ ਉਹਨੂੰ ਖਿੱਚ ਰਹੀ ਹੈ ਇੱਕ ਤਰ੍ਹਾਂ ਤੋਂ। ਹੁਣ ਗੱਲ ਕਰਦੇ ਹਾਂ ਇਸਕੇਪ ਵੈਲੋਸਿਟੀ ਬਾਰੇ। ਤਾਂ ਜਿਹੜੀ ਅਰਥ ਦੀ ਇਸਕੇਪ ਵੈਲੋਸਿਟੀ ਹੈ ਉਹ ਹੈ ਜੀ 11.2 ਕਿਲੋਮੀਟਰ ਪਰ ਸੈਕਿੰਡ। ਆ ਧਿਆਨ ਰੱਖਣਾ ਜੀ, ਪਰ ਆਰ ਨਹੀਂ ਹੈ, ਪਰ ਸੈਕਿੰਡ ਹੈਗਾ, ਯਾਨੀ ਕਿ 1 ਸੈਕਿੰਡ ਦੇ ਵਿੱਚ 11.2 ਕਿਲੋਮੀਟਰ ਦੀ ਸਪੀਡ। ਜੇਕਰ ਇਸ ਸਪੀਡ ਨਾਲ ਕੋਈ ਆਬਜੈਕਟ ਮੂਵ ਕਰਦਾ ਹੈਗਾ ਤਾਂ ਉਹ ਕੀ ਕਰੇਗਾ ਜੀ, ਜਿਹੜਾ ਗ੍ਰੈਵਿਟੇਸ਼ਨਲ ਫੀਲਡ ਹੈਗਾ ਉਹਨੂੰ ਜੋ ਹੈ ਇਸਕੇਪ ਕਰਕੇ ਸਪੇਸ ਵੱਲ ਨੂੰ ਨਿਕਲ ਜਾਵੇਗਾ। ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਤੇ ਕੁਛ ਇੱਥੇ ਸੈਲੈਸਟੀਅਲ ਬੋਡੀ ਨੇ, ਜਿਵੇਂ ਮੂਨ ਹੋ ਗਿਆ, ਮਰਕਰੀ, ਅਰਥ, ਜੁਪੀਟਰ, ਸਨ, ਇਹਨਾਂ ਦੀ ਇਸਕੇਪ ਵੈਲੋਸਿਟੀ ਵੀ ਦਿੱਤੀ ਹੋਈ ਹੈ। ਜਿਵੇਂ ਮੂਨ ਦੀ 2.3 ਕਿਲੋਮੀਟਰ ਪਰ ਸੈਕਿੰਡ ਹੈ, ਮਰਕਰੀ ਦੀ 4.28 ਅਤੇ ਅਰਥ ਦੀ ਜੋ ਹੈ 11.2 ਹੈ। ਤਾਂ ਅਰਥ ਦੀ ਜ਼ਰੂਰ ਯਾਦ ਰੱਖਿਓ ਤੁਸੀਂ, ਜੇ ਇਹ ਵੀ ਯਾਦ ਰੱਖ ਸਕਦੇ ਤਾਂ ਵੈਲ ਐਂਡ ਗੁੱਡ ਹੈ, ਲੇਕਿਨ ਅਰਥ ਦਾ ਯਾਦ ਹੋਣਾ ਜ਼ਰੂਰੀ ਹੈ। ਅਰਥ ਦਾ ਅਨਰਥ ਨਾ ਹੋਵੇ ਤਾਂ ਯਾਦ ਰੱਖਿਓ ਵੀ ਤੁਸੀਂ, ਆਪਸ਼ਨ ਨੰਬਰ ਡੀ। ਉਸ ਤੋਂ ਬਾਅਦ ਹੈ, ਵਿਚ ਸਟੇਟ ਹੈਜ਼ ਵੋਨ ਦਾ ਨੈਸ਼ਨਲ ਅਵਾਰਡ ਫॉर ਬੈਸਟ ਇਲੈਕਟੋਰਲ ਪ੍ਰੈਕਟਿਸਿਸ 2020। ਤੁਹਾਨੂੰ ਪਤਾ ਹੀ ਹੈ ਕਿ ਆਪਣੇ ਦੇਸ਼ ਦੇ ਵਿੱਚ ਜਦੋਂ ਵੀ ਇਲੈਕਸ਼ਨ ਹੁੰਦੇ ਹੈਗੇ ਆ ਸੈਂਟਰ ਸਟੇਟ ਦੇ, ਤਾਂ ਕੌਣ ਕਰਦਾ ਹੈ ਜੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਨੂੰ ਕੰਡਕਟ ਕਰਦੀ ਹੈ। ਅਤੇ ਬੈਸਟ ਇਲੈਕਟੋਰਲ ਪ੍ਰੈਕਟਿਸ ਕਿਹਦੀ ਰਹੀ ਹੈ 2020 ਦੇ ਵਿੱਚ, ਤਾਂ ਇਹ ਅਵਾਰਡ ਜਿਹੜਾ ਮਿਲਿਆ ਹੈ, ਇਹ ਮਿਲਿਆ ਹੈ ਆਪਣੇ ਸਟੇਟ ਮੇਘਾਲਿਆ ਨੂੰ। ਕੈਪੀਟਲ ਤੁਹਾਨੂੰ ਪਤਾ ਹੀ ਹੈ ਸ਼ਿਲੋਂਗ ਹੀ ਹੈ। ਅਤੇ ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਛੋਟੀ ਜਿਹੀ ਗੱਲ ਵੀ ਕਰਨਾ ਚਾਹੁੰਦਾ ਕਿ ਜਿਵੇਂ ਮੈਂ ਹੁਣ ਲੇਟੈਸਟ ਪੋਲਿਟੀ ਦਾ ਪਾਰਟ 15 ਲੈ ਕੇ ਆਇਆ ਸੀਗਾ, ਤਾਂ ਜਿਹੜੀ ਆਪਣੀ ਆਹ ਸੀਰੀਜ਼ ਚੱਲ ਰਹੀ ਹੈ ਇਹਦੇ ਕੰਪੈਰੇਟਿਵਲੀ ਇਹਨੂੰ ਕਾਫੀ ਘੱਟ ਵਿਊਜ਼ ਮਿਲੇ ਸੀਗੇ। ਤਾਂ ਇਹਦਾ ਸਾਫ਼ ਮਤਲਬ ਹੈ ਕਿ ਤੁਸੀਂ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਨਾਇਬ ਤਹਿਸੀਲਦਾਰ ਦੀ, ਇਹ ਤਾਂ ਬੜੇ ਚੰਗੀ ਤਰ੍ਹਾਂ ਦੇਖ ਰਹੇ ਹੋ ਅਤੇ ਆਹ ਨਹੀਂ ਦੇਖ ਰਹੇ। ਤਾਂ ਇਹਦਾ ਮਤਲਬ ਆਹ ਨਹੀਂ ਹੈਗਾ ਕਿ ਇੰਡੀਅਨ ਪੋਲਿਟੀ ਦੀ ਵੇਟੇਜ ਘੱਟ ਹੈ, ਆਹ ਕੁਐਸਚਨ ਨਹੀਂ ਆ ਸਕਦੇ। ਜਿੰਨੇ ਇੰਪੋਰਟੈਂਟ ਆ ਜਿਹੜੀ ਆਪਣੀ ਨਾਇਬ ਤਹਿਸੀਲਦਾਰ ਦੀ ਸੀਰੀਜ਼ ਹੈ ਨਾ, ਉਨੀ ਹੀ ਇੰਪੋਰਟੈਂਟ ਆਹ ਵੀਡੀਓ ਹੈਗੀ ਹੈ। ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਇਹਨਾਂ ਵਿੱਚ ਕੋਈ ਕੁਐਸਚਨ ਦੇਖੇ ਅਤੇ ਉਹ ਪੇਪਰ ਦੇ ਵਿੱਚ ਹੀ ਆ ਜਾਵੇ। ਜੇ ਤੁਸੀਂ ਦੇਖੋਗੇ ਹੀ ਨਹੀਂ ਤਾਂ ਡੈਫੀਨੇਟਲੀ ਤੁਸੀਂ ਪੇਪਰ ਦੇ ਵਿੱਚ ਵੀ ਠੀਕ ਨਹੀਂ ਕਰ ਪਾਓਗੇ। ਹੋ ਸਕਦਾ ਤੁਸੀਂ ਦੂਸਰੇ ਸੋਰਸਿਸ ਤੋਂ ਵੀ ਪੜ੍ਹਦੇ ਹੋ, ਅੱਛੀ ਗੱਲ ਹੈ, ਲੇਕਿਨ ਜਿਹੜੀ ਮੈਂ ਵੀਡੀਓਜ਼ ਲੈ ਕੇ ਆ ਰਿਹਾ ਸਿੰਗਲ ਵੀਡੀਓ ਨਾਇਬ ਤਹਿਸੀਲਦਾਰ ਦੇ ਐਗਜ਼ਾਮ ਲਈ ਬਹੁਤ ਇੰਪੋਰਟੈਂਟ ਹੈ। ਤਾਂ ਤੁਸੀਂ ਡੈਫੀਨੇਟਲੀ ਦੇਖ ਲਿਓ, ਇੱਥੇ ਆਈ ਬਟਨ ਆਊਗਾ ਅਤੇ ਜਾ ਕੇ ਤੁਸੀਂ ਦੇਖ ਲਿਓ, ਕਿਉਂਕਿ ਸਿਲੇਬਸ ਨਾ ਬਹੁਤ ਜ਼ਿਆਦਾ ਵਾਸਟ ਹੈ। ਤੁਸੀਂ ਇਹ ਨਹੀਂ ਕਰ ਸਕਦੇ ਵੀ ਆਹ ਛੱਡ ਦੀ ਤੁਹਾਨੂੰ ਆਹ ਵੀ ਪੜ੍ਹਨਾ ਪਊਗਾ, ਉਹ ਵੀ ਪੜ੍ਹਨਾ ਪਊਗਾ, ਕਾਫੀ ਚੀਜ਼ਾਂ ਨੇ। ਹੁਣ ਕਹਿ ਰਹੇ ਜੀ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ਼ ਕੰਪਲੀਟਡ ਔਨ, ਤਾਂ ਇਹਦਾ ਆਨਸਰ ਕੀ ਆਊਗਾ ਜੀ, ਕਾਫੀ ਟ੍ਰਿਕੀ ਕੁਐਸਚਨ ਹੈਗਾ। 26 ਜਨਵਰੀ 1950 ਲਾਵਾਂਗੇ ਜਾਂ ਫਿਰ ਨਵੰਬਰ 26 1949 ਲਾਵਾਂਗੇ, ਕਿਉਂਕਿ ਆਹ ਦੋਨੋਂ ਤਾਂ ਗਲਤੀ ਨੇ ਜੀ, ਕੋਈ ਫਾਇਦਾ ਨਹੀਂ। ਜਿਹੜੀ ਗੱਲ ਹੈ ਉਹ ਇਹਨਾਂ ਦੋਨੋਂ ਆਪਸ਼ਨ ਦੇ ਵਿੱਚ ਹੀ ਹੈਗੀ ਆ। ਹੁਣ ਮੈਂ ਤੁਹਾਨੂੰ ਦੱਸਦਾ ਹੋਇਆ ਕੀ ਸੀ। ਬੇਸਿਕਲੀ ਪੁੱਛੇਗਾ ਕੰਪਲੀਟ ਕਦੋਂ ਹੋਇਆ ਸੀਗਾ, ਤਾਂ ਆਪਣਾ ਕੌਨਸਟੀਟਿਊਸ਼ਨ 26 ਨਵੰਬਰ 1949 ਨੂੰ ਕੰਪਲੀਟ ਹੋ ਗਿਆ ਸੀਗਾ। ਅਤੇ ਇਫੈਕਟ ਦੇ ਵਿੱਚ ਕਦੋਂ ਆਇਆ ਸੀਗਾ, ਲਾਗੂ ਕਦੋਂ ਕੀਤਾ ਗਿਆ ਸੀਗਾ, 26 ਜਨਵਰੀ ਨੂੰ। ਆਪਾਂ 26 ਜਨਵਰੀ ਨੂੰ ਰਿਪਬਲਿਕ ਡੇ ਮਨਾਉਂਦੇ ਹਾਂ, ਯਾਨੀ ਕਿ ਗਣਤੰਤਰ ਦਿਵਸ ਮਨਾਉਂਦੇ ਹਾਂ ਜੀ, ਉਸੇ ਚੱਕਰ ਦੇ ਵਿੱਚ, ਕਿਉਂਕਿ ਆ ਇੰਪਲੀਮੈਂਟ ਹੋਇਆ ਸੀਗਾ। ਅਤੇ ਆਪਾਂ ਹਰ ਸਾਲ 26 ਜਨਵਰੀ ਨੂੰ ਆਪਾਂ ਕੀ ਮਨਾਉਂਦੇ ਹਾਂ ਜੀ, ਕੌਨਸਟੀਟਿਊਸ਼ਨ ਡੇ ਮਨਾਉਂਦੇ ਹਾਂ, ਕਿਉਂਕਿ ਇਸ ਦਿਨ ਕੌਨਸਟੀਟਿਊਸ਼ਨ ਕੰਪਲੀਟ ਹੋਇਆ ਸੀਗਾ। ਧਿਆਨ ਰੱਖਣਾ ਦੋਨੋਂ ਅੱਡ ਅੱਡ ਚੀਜ਼ਾਂ ਨੇ। ਜੇਕਰ ਇੱਥੇ ਕੇਮ ਇਨ ਫੋਰਸ ਆ ਜਾਏ ਤਾਂ ਆਪਾਂ ਲਾ ਦਾਂਗੇ 26 ਜਨਵਰੀ ਨੂੰ। ਜੇ ਪੁੱਛਿਆ ਜਾਵੇ ਕਿ ਕਦੋਂ ਕੰਪਲੀਟ ਹੋਇਆ ਸੀਗਾ, ਉਹ ਹੋ ਜਾਊਗਾ 26 ਨਵੰਬਰ। ਅਤੇ ਚਲੋ ਅੱਜ ਦਾ ਤੁਹਾਡਾ ਕੁਐਸਚਨ ਕੀ ਹੈ, ਕਾਫੀ ਇੰਟਰਸਟਿੰਗ ਕੁਐਸਚਨ ਹੈ ਕਿ ਜੇਕਰ 26 ਨਵੰਬਰ ਨੂੰ ਆਪਣਾ ਕੌਨਸਟੀਟਿਊਸ਼ਨ ਕੰਪਲੀਟ ਹੋ ਗਿਆ ਸੀਗਾ, ਫਿਰ ਉਹ 26 ਜਨਵਰੀ ਨੂੰ ਕਿਉਂ ਲਾਗੂ ਕਰਵਾਇਆ ਗਿਆ, 26 ਨਵੰਬਰ ਨੂੰ ਹੀ ਕਿਉਂ ਨਹੀਂ ਲਾਗੂ ਹੋਇਆ? ਜੇਕਰ ਤੁਹਾਨੂੰ ਇਸ ਕੁਐਸਚਨ ਦਾ ਆਨਸਰ ਪਤਾ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਮੈਨੂੰ ਦੱਸਿਓ। ਅਤੇ ਜਿਹੜਾ ਆਪਣਾ ਕੌਨਸਟੀਟਿਊਸ਼ਨ ਇਹਨੂੰ ਬਣਨ ਦੇ ਵਿੱਚ ਕਿੰਨਾ ਟਾਈਮ ਲੱਗਿਆ ਸੀਗਾ ਜੀ, 2 ਈਅਰ 11 ਮੰਥ 18 ਡੇਜ਼। ਇਹ ਵੀ ਬਹੁਤ ਵਾਰ ਪੁੱਛਿਆ ਗਿਆ ਹੈਗਾ, ਯਾਨੀ ਕਿ ਲਗਭਗ 12 ਦਿਨ ਘੱਟ 3 ਸਾਲ ਤੋਂ। ਉਸ ਤੋਂ ਬਾਅਦ ਹੈਗਾ ਜੀ ਅਗਲਾ ਕੁਐਸਚਨ ਕਿ ਜਿਹੜਾ ਆਪਣਾ ਗਿਆਨਪੀਠ ਪੁਰਸਕਾਰ ਹੈ, ਜਾਂ ਫਿਰ ਜਿਹਨੂੰ ਆਪਾਂ ਜਨਨਪੀਠ ਵੀ ਕਹਿ ਦਿੰਦੇ ਹਾਂ, ਉਹਦੇ ਫਸਟ ਵਿਨਰ ਕੌਣ ਸੀਗੇ? ਕਿਉਂਕਿ ਆਹ ਇੰਸਟੀਟਿਊਟ ਹੋਇਆ ਸੀਗਾ 1961 ਦੇ ਵਿੱਚ, ਅਤੇ ਪਹਿਲਾ ਅਵਾਰਡ ਮਿਲਿਆ ਸੀਗਾ 1965 ਦੇ ਵਿੱਚ। ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ
ਕਿ ਇੰਸਟੀਚਿਊਟ ਕਦੋਂ ਹੋਇਆ ਸੀ, ਤਾਂ 1961 ਦੇ ਵਿੱਚ ਆ ਇੰਸਟੀਚਿਊਟ ਹੋਇਆ ਸੀ ਪਹਿਲੀ ਵਾਰ, ਅਤੇ ਦਿੱਤਾ ਗਿਆ ਸੀਗਾ 1965 ਦੇ ਵਿੱਚ ਫਸਟ ਟਾਈਮ। ਅਤੇ ਉਹ ਸੀਗੇ ਜੀ ਸ਼ੰਕਰ ਕੁਰੂਪ। ਮਿਲਿਆ ਕਿਹਦੇ ਲਈ ਸੀਗਾ ਜੀ? ਉਹਨਾਂ ਦੀ ਕਲੈਕਸ਼ਨ ਆਫ ਪੋਇਮ ਸੀਗੀ ਮਲਿਆਲਮ ਓਡਾ ਕੁਚੂਜਲ, ਜਿਹਨੂੰ ਕਿ ਆਪਾਂ ਹਿੰਦੀ ਦੇ ਵਿੱਚ ਇੰਗਲਿਸ਼ ਦੇ ਵਿੱਚ ਦਾ ਬੈਂਬੂ ਫਲੂਟ ਕਹਿ ਦਿੰਦੇ ਹਾਂ। ਅਤੇ ਇਹ ਕਿੰਨੀ ਲੈਂਗੁਏਜਸ ਦੇ ਵਿੱਚ ਦਿੱਤਾ ਜਾਂਦਾ ਹੈਗਾ? ਇਹ ਲਿਖਿਆ ਹੋਇਆ ਜੀ, ਜਿਹੜੀ ਆਪਣੀ 8th ਸ਼ੈਡਿਊਲ ਹੈ ਨਾ ਆਪਣਾ ਕੌਨਸਟੀਟਿਊਸ਼ਨ ਦਾ, ਉਹਦੇ ਵਿੱਚ ਕਿੰਨੀ ਲੈਂਗੁਏਜਸ ਨੇ? 22 ਨੇ, ਬਹੁਤ ਵਾਰ ਦੱਸ ਚੁੱਕਿਆ ਮੈਂ, ਪਲੱਸ ਇੰਗਲਿਸ਼, ਯਾਨੀ ਕਿ ਟੋਟਲ 23 ਲੈਂਗੁਏਜਸ ਦਿੱਤਾ ਜਾਂਦਾ ਹੈਗਾ। ਅਤੇ ਇੱਥੇ ਇੰਗਲਿਸ਼ ਲਿਖਣ ਦੀ ਲੋੜ ਕਿਉਂ ਪਈ? ਕਿਉਂਕਿ ਜਿਹੜਾ ਆਪਣਾ 8th ਸ਼ੈਡਿਊਲ ਹੈ ਉਹਦੇ ਵਿੱਚ ਕੌਨਸਟੀਟਿਊਸ਼ਨ ਦੇ ਵਿੱਚ, ਉਹਦੇ ਵਿੱਚ ਇੰਗਲਿਸ਼ ਮੈਂਸ਼ਨ ਨਹੀਂ ਹੈ, ਇਸ ਲਈ ਇੰਗਲਿਸ਼ ਇਹਨਾਂ ਨੂੰ ਅੱਡ ਤੋਂ ਲਿਖਣੀ ਪਈ, ਅਤੇ 23 ਲੈਂਗੁਏਜਸ ਦੇ ਵਿੱਚ ਦਿੱਤਾ ਜਾਂਦਾ ਹੈਗਾ। ਆਨਸਰ ਕੀ ਹੋ ਗਿਆ ਜੀ ਇਹਦਾ? ਜੀ ਸ਼ੰਕਰ ਕੁਰੂਪ, ਆਪਸ਼ਨ ਨੰਬਰ ਬੀ। ਅਤੇ ਮਲਿਆਲਮ ਰਾਈਟਰ ਸੀਗੇ ਜੀ, ਇਹ ਧਿਆਨ ਰੱਖਣਾ। ਕਈ ਵਾਰ ਆ ਵੀ ਪੁੱਛ ਲੈਂਦੇ ਨੇ ਕਿ ਪਹਿਲਾ ਗਿਆਨਪੀਠ ਅਵਾਰਡ ਕਿਸ ਲੈਂਗੁਏਜ ਦੇ ਵਿੱਚ ਮਿਲਿਆ ਸੀਗਾ, ਤਾਂ ਮਲਿਆਲਮ ਲੈਂਗੁਏਜ ਦੇ ਵਿੱਚ ਮਿਲਿਆ ਸੀ। ਅਤੇ ਲੇਟੈਸਟ ਜਿਹੜਾ ਹੁਣ ਮਿਲਿਆ ਹੈਗਾ ਉਹ 2019 ਦੇ ਵਿੱਚ ਮਿਲਿਆ ਸੀਗਾ, ਏ ਨਾਂਬੂਥੂਰੀ ਨੂੰ। ਆ ਵੀ ਮਲਿਆਲਮ ਦੇ ਹੀ ਨੇ, ਯਾਨੀ ਕਿ ਫਸਟ ਵੀ ਮਲਿਆਲਮ ਦਾ ਅਤੇ ਰੀਸੈਂਟ ਵੀ ਮਲਿਆਲਮ ਦਾ। 2020 ਦਾ ਜਦੋਂ ਦੱਸਿਆ ਜਾਊਗਾ ਤਾਂ ਉਦੋਂ ਦੇਖਾਂਗੇ, ਲੇਕਿਨ ਇਸ ਟਾਈਮ ਜਿਹੜਾ ਰੀਸੈਂਟ ਦਿੱਤਾ ਗਿਆ ਉਹ 2019 ਦਾ ਹੀ ਦਿੱਤਾ ਗਿਆ। ਨੈਕਸਟ ਹੈ, ਦ ਸਰਫੇਸ ਆਫ ਏ ਲੇਕ ਇਜ਼ ਫਰੋਜ਼ਨ ਇਨ ਸੈਵਰ ਵਿੰਟਰ ਬਟ ਦ ਵਾਟਰ ਐਟ ਇਟਸ ਬੋਟਮ ਇਜ਼ ਸਟਿਲ ਲਿਕੁਇਡ, ਵਾਈ? ਯਾਨੀ ਕਿ ਜੇਕਰ ਆਪਾਂ ਇੱਕ ਝੀਲ ਦੀ ਸਤਹ ਨੂੰ ਦੇਖਾਂਗੇ ਨਾ, ਜੇਕਰ ਮਤਲਬ ਬਿਲਕੁਲ ਜ਼ਿਆਦਾ ਠੰਡ ਹੈਗੀ ਹੈ, ਤਾਂ ਆਪਾਂ ਦੇਖਦੇ ਹਾਂ ਕਈ ਵਾਰ ਨਾ ਝੀਲ ਦਾ ਜਿਹੜਾ ਪਾਣੀ ਹੈ ਨਾ ਉਹ ਵੀ ਜੰਮ ਜਾਂਦਾ ਹੈਗਾ, ਠੀਕ ਹੈ, ਟੋਟਲੀ ਬਰਫ਼ ਬਣ ਜਾਂਦੀ ਹੈਗੀ, ਲੇਕਿਨ ਉਹਦੇ ਬੋਟਮ ਦੇ ਅੰਦਰ ਨਾ ਸਟਿਲ ਲਿਕੁਇਡ ਹੁੰਦਾ ਹੈਗਾ, ਯਾਨੀ ਕਿ ਪਾਣੀ ਥੱਲੇ ਹੁੰਦਾ ਹੈ। ਉਹਦਾ ਕਾਰਨ ਪੁੱਛ ਰਹੇ ਕਿ ਕਿਉਂ ਹੁੰਦਾ ਹੈਗਾ। ਇੱਥੇ ਨਾ ਆਪਾਂ ਇੱਕ ਇਮੇਜ ਦੇਖਦੇ ਹਾਂ, ਆ ਤੁਸੀਂ ਝੀਲ ਦੇਖ ਰਹੇ ਹੋ ਅਤੇ ਮੱਛਲੀ ਵੀ ਦੇਖ ਰਹੇ ਹੋਣੇ ਜੀ। ਆ ਜਿਹੜੀ ਇੱਥੇ ਇੱਕ ਆਈਸ ਦੀ ਪੂਰੀ ਸ਼ੀਟ ਬਣੀ ਹੋਈ ਹੈ, ਕਈ ਵਾਰ ਤੁਸੀਂ ਵੀਡੀਓ ਦੇ ਵੀ ਦੇਖਿਆ ਹੋਣਾ, ਕਈ ਲੋਕ ਆਈਸ ਦੀ ਸ਼ੀਟ ਉੱਪਰ ਚੱਲ ਵੀ ਰਹੇ ਹੁੰਦੇ ਨੇ, ਕਿਉਂਕਿ ਉਹ ਕਾਫੀ ਜ਼ਿਆਦਾ ਮਜ਼ਬੂਤ ਹੁੰਦੀ ਹੈ। ਲੇਕਿਨ ਜਦੋਂ ਕੋਈ ਜ਼ਿਆਦਾ ਜ਼ੋਰ ਨਾਲ ਤੋੜ ਕੇ ਦੇਖਦਾ ਨਾ ਉਹਨੂੰ, ਤੁਸੀਂ ਮੂਵੀਜ਼ ਦੇ ਵੀ ਦੇਖਿਆ ਹੋਣਾ, ਤਾਂ ਥੱਲੋਂ ਪਾਣੀ ਹੀ ਨਿਕਲਦਾ ਹੈਗਾ। ਬੇਸਿਕਲੀ ਹੁੰਦਾ ਕਿਉਂ ਹੈ ਉਹ? ਕਿਉਂਕਿ ਜਿਹੜੀ ਡੈਂਸਿਟੀ ਹੈ ਨਾ ਵਾਟਰ ਦੀ, ਉਹ ਮੈਕਸੀਮਮ ਹੁੰਦੀ ਹੈ 4 ਡਿਗਰੀ ਸੈਲਸੀਅਸ ਦੇ ਉੱਤੇ। ਮੈਨੂੰ ਐਕਚੁਅਲੀ ਨਾ ਐਗਜ਼ਾਮ ਯਾਦ ਨਹੀਂ ਆ ਰਿਹਾ, ਸ਼ਾਇਦ PPSC ਨੇ ਹੀ ਐਗਜ਼ਾਮ ਕੰਡਕਟ ਕਰਵਾਇਆ ਸੀਗਾ, ਉਹ ਕਿਹੜਾ ਸੀਗਾ, ਸ਼ਾਇਦ PCS ਸੀਗਾ ਜਾਂ ਕੋਈ ਹੋਰ ਸੀ। ਉਹਦੇ ਵਿੱਚ ਆ ਪੁੱਛਿਆ ਗਿਆ ਸੀਗਾ ਕਿ ਜੇਕਰ 0 ਡਿਗਰੀ ਸੈਲਸੀਅਸ ਤੋਂ ਆਪਾਂ 10 ਡਿਗਰੀ ਸੈਲਸੀਅਸ ਤੱਕ ਜਾਵਾਂਗੇ ਤਾਂ ਉਹਦੀ ਡੈਂਸਿਟੀ 'ਤੇ ਕੀ ਫਰਕ ਪਏਗਾ। ਹੁਣ ਇਸ ਕੁਐਸਚਨ ਦੇ ਵਿੱਚ ਤੁਸੀਂ ਆ ਦੇਖ ਚੁੱਕੇ ਹੋ ਕਿ 4 ਡਿਗਰੀ ਸੈਲਸੀਅਸ 'ਤੇ ਜਿਹੜਾ ਹੈ ਉਹਦੀ ਡੈਂਸਿਟੀ ਮੈਕਸਿਮਮ ਰਹੇਗੀ, ਤਾਂ 0 ਤੇ 10 ਦੇ ਵਿੱਚ ਗੱਲ ਕਰਾਂ ਤਾਂ 4 ਲਗਭਗ ਇੱਥੇ ਮੰਨ ਲੈਂਦੇ ਜੇਕਰ ਇੱਕ ਵਾਰ ਲਈ ਆਪਾਂ। ਬੇਸਿਕਲੀ ਹੋਊਗਾ ਕੀ, ਜਦੋਂ 0 ਤੋਂ ਉਹ ਵੱਧਦਾ ਰਹੂਗਾ ਅੱਗੇ, ਦੈਟ ਮੀਨਸ ਉਹਦੀ ਡੈਂਸਿਟੀ ਕੀ ਹੋਊਗੀ? ਵੱਧਦੀ ਜਾਊਗੀ ਜਾਂ ਘਟੂਗੀ? ਓਬਵੀਅਸ ਜੀ ਗੱਲ ਹੈ, ਜਦੋਂ ਤੱਕ ਉਹ 4 ਦੇ ਨੇੜੇ ਜਾਂਦਾ ਰਹੂਗਾ ਤਾਂ ਵੱਧਦੀ ਰਹੂਗੀ ਅਤੇ 4 'ਤੇ ਜਾ ਕੇ ਮੈਕਸਿਮਮ ਹੋ ਜਾਊਗੀ, ਅਤੇ ਫਿਰ ਬਾਅਦ 'ਚ ਜਦੋਂ 5 6 7 8 'ਤੇ ਜਾਊਗਾ ਤਾਂ ਉਹਦੀ ਡੈਂਸਿਟੀ ਜਿਹੜੀ ਹੈ ਉਹ ਘੱਟ ਜਾਊਗੀ। ਓਬਵੀਅਸ ਜੀ ਗੱਲ ਹੈ, ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛ ਲੈਂਦੇ ਨੇ, ਟੈਕਨੀਕਲ ਜੀ ਗੱਲ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਆਪਸ਼ਨ ਨੰਬਰ ਸੀ ਇਹਦਾ ਹੋਊਗਾ ਰਾਈਟ ਆਨਸਰ। ਆ ਜਿਹੜੀ ਐਗਜ਼ਾਮਪਲ ਦੱਸੀ ਨਾ, ਧਿਆਨ ਰੱਖਣਾ, ਹੋ ਸਕਦਾ ਜੇ ਸਮਝ ਨਾ ਆਈ ਉਹ ਦੁਬਾਰਾ ਰਿਵਾਈਂਡ ਕਰਕੇ ਦੇਖ ਲੈਣਾ ਵੀਡੀਓ, ਜਾਂ ਫਿਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ, ਮੈਂ ਨੈਕਸਟ ਵੀਡੀਓ ਵੀ ਦੁਬਾਰਾ ਦੱਸ ਦੇਵਾਂਗਾ, ਕਿਉਂਕਿ ਡਾਊਟ ਕਲੀਅਰ ਹੋਣਾ ਨਾ ਕਾਫੀ ਜ਼ਿਆਦਾ ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਜੀ HSRA। ਪਹਿਲਾਂ HRA ਸੀਗਾ, ਤੁਹਾਨੂੰ ਪਤਾ ਹੀ ਹੈ, ਫਿਰ ਬਣ ਗਿਆ ਉਹ HSRA, ਯਾਨੀ ਕਿ ਸੋਸ਼ਲਿਸਟ ਵਰਡ ਐਡ ਕਰ ਦਿੱਤਾ ਗਿਆ ਸੀਗਾ। ਅਤੇ ਇਹ ਕਿਸ ਈਅਰ ਦੀ ਗੱਲ ਹੈ? ਤਾਂ ਆਹ ਗੱਲ ਹੈ ਜੀ 1928 ਦੀ, ਕਿਉਂਕਿ 24 ਦੇ ਵਿੱਚ ਕੀ ਸੀਗਾ? HRA ਸੀਗਾ, ਯਾਨੀ ਕਿ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ। ਬਾਅਦ ਦੇ ਵਿੱਚ 1928 ਦੇ ਵਿੱਚ ਇਹਦੇ ਵਿੱਚ ਸੋਸ਼ਲਿਸਟ ਵਰਡ ਐਡ ਕਰ ਦਿੱਤਾ ਗਿਆ ਸੀਗਾ, ਕਿੱਥੇ? ਦਿੱਲੀ ਦੇ ਵਿੱਚ। ਕਿਹਨੇ ਕੀਤਾ ਸੀਗਾ ਜੀ? ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ ਅਤੇ ਸੁਖਦੇਵ, ਅਤੇ ਨਾਲ ਉਹਨਾਂ ਦੇ ਜਿੰਨੇ ਸਾਥੀ ਸੀਗੇ। ਫਿਰੋਜ਼ਸ਼ਾਹ ਕੋਟਲਾ ਜੀ, ਤੂੰ ਦੇਖਿਆ ਹੋਣਾ, ਅੱਜ ਕੱਲ੍ਹ ਤਾਂ ਇੱਥੇ ਕ੍ਰਿਕਟ ਦਾ ਮੈਦਾਨ ਵੀ ਹੈਗਾ ਅਤੇ ਕਾਫੀ ਫੇਮਸ ਹੈ। ਅਤੇ ਕਿੱਥੇ ਹੋਇਆ ਸੀਗਾ? ਦਿੱਲੀ ਦੇ ਵਿੱਚ ਹੋਇਆ ਸੀਗਾ। ਆਪਸ਼ਨ ਨੰਬਰ ਡੀ ਜਿਹੜਾ ਹੈਗਾ ਇਹਦਾ ਸਹੀ ਆਨਸਰ ਹੋ ਜਾਊਗਾ। ਨੈਕਸਟ ਹੈ ਜੀ ਆਪਣਾ ਪੋਲਿਟੀ ਦਾ ਕੁਐਸਚਨ ਹੈ, ਅਤੇ ਕਾਫੀ ਇੰਪੋਰਟੈਂਟ ਹੈ। ਕਹਿ ਰਿਹਾ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਕਰੈਕਟਲੀ ਮੈਚ ਨਹੀਂ ਕਰਦੀ ਹੈਗੀ। ਧਿਆਨ ਰੱਖਿਆ ਕਰੋ, ਕਈ ਵਾਰ ਐਗਜ਼ਾਮ ਦੇ ਵਿੱਚ ਨਾ ਕੁਐਸਚਨ ਆਪਾਂ ਪੜ੍ਹ ਲੈਂਦੇ ਹਾਂ, ਬਟ ਫਲੋ ਦੇ ਵਿੱਚ ਦੇਖ ਨਹੀਂ ਪਾਉਂਦੇ ਕਿ ਪੁੱਛਿਆ ਕੀ ਹੋਇਆ, ਨੋਟ ਕਰੈਕਟਲੀ ਪੁੱਛਿਆ ਜਾਂ ਕਰੈਕਟਲੀ ਪੁੱਛਿਆ, ਦੇਖਣਾ ਬਹੁਤ ਜ਼ਰੂਰੀ ਹੈ। ਅਤੇ ਇਹ ਕੌਨਸਟੀਟਿਊਸ਼ਨ ਦੇ ਪਾਰਟ ਨੇ, ਜਿਵੇਂ ਕਿ ਸਿਟੀਜ਼ਨਸ਼ਿਪ ਹੈ ਪਾਰਟ 2 ਦੇ ਵਿੱਚ ਹੈ, ਫਿਰ ਫੰਡਾਮੈਂਟਲ ਰਾਈਟ ਪਾਰਟ 3 ਦੇ ਵਿੱਚ ਹੈ, ਫੰਡਾਮੈਂਟਲ ਡਿਊਟੀਜ਼ ਪਾਰਟ 6 ਦੇ ਪਹਿਲੇ ਦੇ ਵਿੱਚ ਨੇ, ਅਤੇ ਸਟੇਟ ਆਉਂਦਾ ਹੈ ਪਾਰਟ 6 ਦੇ ਵਿੱਚ। ਤਾਂ ਜੇਕਰ ਮੈਂ ਗੱਲ ਕਰਾਂ ਨਾ, ਸ਼ਾਇਦ ਤੁਸੀਂ ਕਨਫਿਊਜ਼ ਵੀ ਹੋ ਸਕਦੇ ਹੋ। ਕਨਫਿਊਜ਼ ਹੋਣ ਦਾ ਕਾਰਨ ਪਤਾ ਕੀ ਹੈ? ਇੱਥੇ, ਕਿਉਂਕਿ ਜਿਹੜੀ ਆਪਣੀ ਫੰਡਾਮੈਂਟਲ ਡਿਊਟੀਜ਼ ਨੇ ਨਾ, ਉਹ 4th A 'ਚ ਆਉਂਦੀਆਂ ਨੇ ਜੀ। ਅਤੇ ਬਾਈ ਮਿਸਟੇਕ ਹੈ ਜਿਹੜਾ ਆਹ ਵਾਲਾ ਇੱਕ ਹੈ, ਉਹ ਜੇਕਰ ਗਲਤੀ ਨਾਲ ਇੱਥੇ ਲੱਗ ਗਿਆ ਅਤੇ ਆਪਾਂ ਔਨ ਦਾ ਸਪੋਟ ਰਿਕਗਨਾਈਜ਼ ਨਾ ਕਰ ਪਾਏ ਪੇਪਰ ਦੇ ਵਿੱਚ ਬੈਠੇ ਹੋਏ, ਤਾਂ ਤੁਸੀਂ ਡੈਫੀਨੇਟਲੀ ਇਹ ਕੁਐਸਚਨ ਗਲਤ ਕਰੋਗੇ ਜੀ। ਤਾਂ ਇਸ ਗੱਲ ਦਾ ਧਿਆਨ ਰੱਖਣਾ,
4th A ਦੇ ਵਿੱਚ ਹੈ, 6th A ਦੇ ਵਿੱਚ ਨਹੀਂ ਹੈਗਾ। ਤਾਂ ਆਨਸਰ ਕੀ ਹੋ ਜਾਊਗਾ ਆਪਣਾ ਆਪਸ਼ਨ ਨੰਬਰ ਸੀ, ਫੰਡਾਮੈਂਟਲ ਡਿਊਟੀਜ਼ ਆਰ ਨਾਟ ਕਰੈਕਟਲੀ ਮੈਚਡ ਇਨ ਦਿਸ ਕੁਐਸਚਨ। ਸਿਟੀਜ਼ਨਸ਼ਿਪ ਆਉਂਦਾ ਜੀ ਪਾਰਟ 2 ਦੇ ਵਿੱਚ, ਆਰਟੀਕਲ 5 ਤੋਂ 11 ਦੇ ਵਿੱਚ। ਫੰਡਾਮੈਂਟਲ ਰਾਈਟ ਆਉਂਦਾ ਪਾਰਟ 3 ਦੇ ਵਿੱਚ, ਆਰਟੀਕਲ 12 ਤੋਂ 35 ਦੇ ਵਿੱਚ। ਫਿਰ ਹੈਗੀ ਗੱਲ ਫੰਡਾਮੈਂਟਲ ਡਿਊਟੀਜ਼, ਜੇ ਕਿ 4th A ਦੇ ਵਿੱਚ ਆਉਂਦੇ ਹੈਗੇ ਆ, ਆਰਟੀਕਲ 51 A ਦੇ ਵਿੱਚ ਲਿਖੀ ਗਈਆਂ ਨੇ। ਤੇ ਸਟੇਟ ਜਿਹੜਾ ਆਉਂਦਾ ਉਹ ਪਾਰਟ 6 ਦੇ ਵਿੱਚ ਆਉਂਦਾ, ਆਰਟੀਕਲ 152 ਤੋਂ 237 ਦੇ ਵਿੱਚ। ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸੀ, ਫੰਡਾਮੈਂਟਲ ਡਿਊਟੀਜ਼। ਨੈਕਸਟ ਕੁਐਸਚਨ ਹੈ, ਹੂ ਵਾਜ਼ ਦਾ ਹਿੰਦੀ ਰਾਈਟਰ ਟੂ ਰਿਸੀਵ ਜਨਨਪੀਠ ਅਵਾਰਡ, ਯਾਨੀ ਕਿ ਜਿਹਨੂੰ ਪਹਿਲੀ ਵਾਰ ਹਿੰਦੀ ਲੈਂਗੁਏਜ ਦੇ ਵਿੱਚ, ਕਿਉਂਕਿ ਮੈਨੂੰ ਦੱਸਿਆ ਸੀਗਾ ਕਿ 1965 ਦੇ ਵਿੱਚ ਜੀ ਸ਼ੰਕਰ ਕਰੂਪ ਨੂੰ ਮਿਲਿਆ ਸੀਗਾ, ਤੇ ਉਹ ਮਲਿਆਲੀ ਲੈਂਗੁਏਜ ਦੇ ਵਿੱਚ ਮਿਲਿਆ ਸੀਗਾ। ਹੁਣੀ ਤਾਂ ਦੇਖਿਆ ਸੀਗਾ ਥੋੜ੍ਹੀ ਦੇਰ ਪਹਿਲਾਂ। ਆ ਪੁੱਛ ਲਿਆ ਵੀ ਹਿੰਦੀ ਲੈਂਗੁਏਜ ਦੇ ਵਿੱਚ ਕਿਹਨੂੰ ਮਿਲਿਆ ਸੀਗਾ ਪਹਿਲਾਂ, ਤਾਂ ਉਹ ਮਿਲਿਆ ਸੀਗਾ ਜੀ ਸੁਮਿਤਰਾ ਨੰਦਨ ਪੰਤ ਨੂੰ, ਆਪਸ਼ਨ ਨੰਬਰ ਬੀ। ਆ ਤੁਸੀਂ ਉਹਨਾਂ ਦੀ ਇਮੇਜ ਦੇਖ ਰਹੇ ਹੋ, ਤੇ ਚਿਦੰਬਰਾ ਲਈ ਉਹਨੂੰ ਜਿਹੜਾ ਅਵਾਰਡ ਦਿੱਤਾ ਗਿਆ ਸੀਗਾ 68 ਦੇ ਵਿੱਚ। ਯਾਨੀ ਕਿ ਜੇ ਮੈਂ ਗੱਲ ਕਰਾਂ 65 ਦੇ ਵਿੱਚ ਪਹਿਲਾ ਦਿੱਤਾ ਗਿਆ, 66 ਵਿੱਚ ਸੈਕਿੰਡ, 67 ਵਿੱਚ ਥਰਡ। ਦੈਟ ਮੀਨਸ ਜਿਹੜਾ 4th ਅਵਾਰਡ ਸੀਗਾ, 4th ਐਡੀਸ਼ਨ ਸੀਗਾ ਇਸ ਅਵਾਰਡ ਦਾ, ਉਹ ਹਿੰਦੀ ਲੈਂਗੁਏਜ ਦੇ ਵਿੱਚ ਦਿੱਤਾ ਗਿਆ ਸੀਗਾ ਸੁਮਿਤਰਾ ਨੰਦਨ ਪੰਤ ਨੂੰ ਤੇ ਚਿਦੰਬਰਾ ਲਈ। ਨੈਕਸਟ ਪੁੱਛਿਆ ਗਿਆ ਕਿ ਭਗਤ ਸਿੰਘ, ਸੁਖਦੇਵ ਐਂਡ ਰਾਜਗੁਰੂ ਨੂੰ ਜਦੋਂ ਡੈਥ ਸੈਂਟੈਂਸ ਸੁਣਾਈ ਗਈ ਸੀਗੀ ਤਾਂ ਉਹ ਕਿਹੜੇ ਕੇਸ ਦੇ ਰਿਲੇਟਡ ਸੁਣਾਈ ਗਈ ਸੀਗੀ? ਅਲੀਪੁਰ ਕੌਂਸਪੀਰੇਸੀ ਕੇਸ, ਲਾਹੌਰ ਕੌਂਸਪੀਰੇਸੀ ਕੇਸ, ਕਾਕੋਰੀ ਕੌਂਸਪੀਰੇਸੀ ਕੇਸ ਜਾਂ ਫਿਰ ਕਾਨਪੁਰ ਕੌਂਸਪੀਰੇਸੀ ਕੇਸ। ਦੇਖੋ ਵੈਸੇ ਤਾਂ ਆਪਣੇ ਐਗਜ਼ਾਮ ਲਈ ਨਾ ਆ ਦੋ, ਵੈਸੇ ਚਾਰੋਂ ਇੰਪੋਰਟੈਂਟ ਨੇ, ਲੇਕਿਨ ਜਿਹੜੇ ਆ ਦੋ ਕੇਸ ਨੇ ਨਾ, ਲਾਹੌਰ ਕੌਂਸਪੀਰੇਸੀ ਕੇਸ ਔਰ ਕਾਕੋਰੀ ਕੌਂਸਪੀਰੇਸੀ ਕੇਸ, ਆ ਦੋ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਹੁਣ ਹੋਇਆ ਕੀ ਸੀਗਾ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਗਿਆ ਸੀਗਾ ਭਗਤ ਸਿੰਘ ਦੁਆਰਾ ਤੇ ਬਟੂਕੇਸ਼ਵਰ ਦੱਤ ਦੁਆਰਾ 8 ਅਪ੍ਰੈਲ 1929 ਨੂੰ, ਤੇ ਉਹਨਾਂ ਨੇ ਵੋਲੰਟਰੀ ਜਿਹੜਾ ਸਰੈਂਡਰ ਕਰ ਦਿੱਤਾ ਸੀਗਾ। ਕਿਉਂਕਿ ਤੁਸੀਂ ਸ਼ਾਇਦ ਮੂਵੀ ਦੇਖੀ ਹੋਣੀ ਭਗਤ ਸਿੰਘ ਵਾਲੀ, ਤਾਂ ਉਹਨਾਂ ਨੇ ਕੀ ਕੀਤਾ ਸੀਗਾ ਵੀ ਕਿਸੇ ਨੂੰ ਨਾ ਮਾਰਦੇ ਹੋਏ ਸਿਰਫ ਬੰਬ ਇਹੋ ਜਿਹੀ ਜਗ੍ਹਾ 'ਤੇ ਸੁੱਟਿਆ ਸੀਗਾ ਜਿੱਥੇ ਕਿਸੇ ਦੀ ਡੈਥ ਨਾ ਹੋਵੇ। ਤਾਂ ਉਹਨਾਂ ਨੇ ਬਾਅਦ ਦੇ ਵਿੱਚ ਸਰੈਂਡਰ ਵੀ ਕਰ ਦਿੱਤਾ ਸੀਗਾ, ਭੱਜੇ ਨਹੀਂ ਸੀਗੇ। ਕਿਉਂਕਿ ਉਹਨਾਂ 'ਤੇ ਹੁਣ ਕੀ ਚਾਰਜ ਲੱਗਿਆ ਸੀਗਾ ਜੀ, ਅਟੈਂਪਟ ਟੂ ਮਰਡਰ, ਓਬਵੀਅਸ ਜੀ ਗੱਲ ਹੈ, 307 ਲੱਗਣੀ ਸੀ ਉਹਨਾਂ ਦੇ ਉੱਪਰ ਵੀ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਉਹ ਫੜੇ ਗਏ ਸੀਗੇ, ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਭਗਤ ਸਿੰਘ ਵੀ ਜਦੋਂ ਸਾਂਡਰਸ ਦੀ ਮੌਤ ਹੋਈ ਸੀਗੀ ਉਹਨਾਂ ਦੇ ਵਿੱਚ ਹੀ ਸ਼ਾਮਿਲ ਸੀਗੇ। ਤਾਂ ਉਹ ਸੀਗਾ ਆਪਣਾ ਲਾਹੌਰ ਕੌਂਸਪੀਰੇਸੀ ਕੇਸ। ਕਿਉਂਕਿ ਮਾਰਨ ਦਾ ਸਕੋਟ ਨੂੰ ਗਏ ਸੀਗੇ, ਲੇਕਿਨ ਸਕੋਟ ਉਸ ਟਾਈਮ ਆਏ ਨਹੀਂ ਸੀਗਾ ਤੇ ਉਹਨਾਂ ਨੇ ਸਾਂਡਰਸ ਨੂੰ ਮਾਰ ਦਿੱਤਾ ਸੀਗਾ। ਤੇ ਬਾਅਦ ਦੇ ਵਿੱਚ ਲਾਹੌਰ ਕੌਂਸਪੀਰੇਸੀ ਕੇਸ ਕਰਕੇ ਉਹਨਾਂ ਦੀ ਜਿਹੜੀ ਡੈਥ ਸੈਂਟੈਂਸ ਹੈ ਉਹ 24 ਮਾਰਚ 1931 ਨੂੰ ਜਿਹੜੀ ਸੀਗੀ ਫਿਕਸ ਕਰ ਦਿੱਤੀ ਗਈ ਸੀਗੀ। ਲੇਕਿਨ ਉਹਨਾਂ ਨੂੰ ਐਗਜ਼ੀਕਿਊਟ ਕਦੋਂ ਕੀਤਾ ਗਿਆ? 23 ਮਾਰਚ 1931 ਨੂੰ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸ਼ਹੀਦੀ ਪ੍ਰਾਪਤ ਹੋਈ ਸੀਗੀ ਜੀ। ਕਾਫੀ ਇੰਪੋਰਟੈਂਟ ਪਰਸਨੈਲਿਟੀ ਨੇ ਜੀ, ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ ਇਹਨਾਂ ਦੀ। ਜੇ ਤੁਸੀਂ ਬਾਇਓਗ੍ਰਾਫੀ ਜੇਕਰ ਇਹਨਾਂ ਦੇ ਬਾਰੇ ਪੜ੍ਹੋਗੇ ਤਾਂ ਕਾਫੀ ਮਤਲਬ ਇੱਕ ਫਰੂਟਫੁਲ ਬਾਇਓਗ੍ਰਾਫੀ ਹੈ ਇਹਨਾਂ ਦੀ। ਕਿਉਂਕਿ ਮੈਨੂੰ ਪਰਸਨਲੀ ਵੀ ਜਦੋਂ ਫ੍ਰੀ ਟਾਈਮ ਮਿਲਦਾ ਹੈਗਾ ਨਾ, ਤਾਂ ਮੈਂ ਕਿਸੇ ਨਾ ਕਿਸੇ ਰੈਵੋਲੂਸ਼ਨਰੀ ਦੀ ਨਾ ਮੈਂ ਬਾਇਓਗ੍ਰਾਫੀ ਜ਼ਰੂਰ ਪੜ੍ਹਦਾ ਹੈਗਾ, ਕਾਫੀ ਕੁਝ ਸਿੱਖਣ ਨੂੰ ਮਿਲਦਾ। ਆਪਸ਼ਨ ਨੰਬਰ ਸੀ, ਓ ਸੌਰੀ ਗਲਤ ਬੋਲ ਗਿਆ ਸੀ ਮੈਂ, ਆਪਸ਼ਨ ਨੰਬਰ ਬੀ ਹੀ ਆਊਗਾ ਇਹਦਾ ਸਹੀ ਆਨਸਰ। ਉਸ ਤੋਂ ਬਾਅਦ ਹੈ ਸ਼ੈਡਿਊਲ ਬਾਰੇ ਗੱਲ ਪੁੱਛ ਰਿਹਾ ਹੈ ਜੀ, ਤੇ ਆ ਵੀ ਮੈਚ ਕਰਨ ਵਾਲੇ ਦੱਸ ਰਿਹਾ ਹੈਗਾ ਕਿ 4th ਸ਼ੈਡਿਊਲ ਵਿੱਚ ਕੀ ਹੈ, 6th ਦੇ ਵਿੱਚ ਕੀ ਹੈ, 8th ਦੇ ਵਿੱਚ ਕੀ ਹੈ ਤੇ 9th ਦੇ ਵਿੱਚ ਕੀ ਹੈ। ਕਿਉਂਕਿ ਓਰੀਜਨਲ ਜਦੋਂ ਆਪਣਾ ਕਨਸਟੀਟਿਊਸ਼ਨ ਤਿਆਰ ਹੋਇਆ ਸੀਗਾ ਤਾਂ ਉਹਦੇ ਵਿੱਚ 8 ਸ਼ੈਡਿਊਲ ਸੀਗੇ। ਬਾਅਦ ਦੇ ਵਿੱਚ ਅਮੈਂਡਮੈਂਟ ਕਰਕੇ 4 ਹੋਰ ਜੋੜੇ ਗਏ। ਐਟ ਪ੍ਰੈਜ਼ੈਂਟ ਆਪਣੇ ਜਿਹੜੇ ਸ਼ੈਡਿਊਲ ਨੇ ਉਹ 12 ਨੇ। ਤੇ ਉਹਨੂੰ ਪੁੱਛ ਰਿਹਾ ਕਿ ਕਿਹੜਾ ਕਿਹੜਾ ਸ਼ੈਡਿਊਲ ਕਿਹਦੇ ਵਿੱਚ ਹੈ। ਚਲੋ ਆਪਾਂ ਨਾ ਇਹ ਤੋਂ ਪਹਿਲਾਂ ਇੱਕ ਚਾਰਟ ਦੇਖ ਲੈਂਦੇ ਹਾਂ ਜੀ। ਆਹ ਚਾਰਟ ਹੈਗਾ, ਵੀਡੀਓ ਪੌਜ਼ ਕਰ ਲਓ ਤੇ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਓ, ਬਹੁਤ ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈਗਾ। ਪਹਿਲਾਂ ਦੇਖਦੇ ਹਾਂ ਆਪਾਂ 4th ਸ਼ੈਡਿਊਲ ਦੇ ਵਿੱਚ ਕੀ ਹੈ। ਤਾਂ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ 4th ਸ਼ੈਡਿਊਲ ਕੰਟੇਨ ਪ੍ਰੋਵੀਜ਼ਨ ਐਜ਼ ਟੂ ਐਲੋਕੇਸ਼ਨ ਆਫ ਸੀਟਸ ਇਨ ਕਾਊਂਸਿਲ ਆਫ ਸਟੇਟ, ਯਾਨੀ ਕਿ ਇਹ ਰਾਜ ਸਭਾ ਦੇ ਵਿੱਚ ਸੀਟ ਕਿੱਦਾਂ ਐਲੋਕੇਟ ਕਰਨੀ ਆ ਉਹਦੇ ਬਾਰੇ ਦੱਸਦਾ ਹੈਗਾ। ਕਾਊਂਸਿਲ ਆਫ ਸਟੇਟ ਨੂੰ ਰਾਜ ਸਭਾ ਕਹਿੰਦੇ ਹੀ ਆਪਾਂ, ਪਤਾ ਹੀ ਹੋਣਾ ਤੁਹਾਨੂੰ ਇਸ ਗੱਲ ਦਾ। ਹੁਣ ਆਪਾਂ ਦੇਖਦੇ ਹਾਂ ਕਿ ਰਾਜ ਸਭਾ ਬਾਰੇ ਕਿੱਥੇ ਲਿਖਿਆ ਹੋਇਆ। ਆਹ ਦੇਖੋ ਜੀ, ਕਾਊਂਸਿਲ ਆਫ ਸਟੇਟ, ਯਾਨੀ ਕਿ ਇਹ ਦਾ ਤਾਂ ਥਰਡ ਹੋਊਗਾ। ਹੁਣ ਆਪਾਂ ਕੀ ਕਰਦੇ ਹਾਂ, ਐਨੀਮੀਲੇਸ਼ਨ ਮੈਥਡ ਦਾ ਤਰੀਕਾ ਅਪਣਾਉਂਦੇ ਹਾਂ, ਕਿਉਂਕਿ ਮੈਂ ਹਮੇਸ਼ਾ ਹੀ ਐਲੀਮੀਨੇਸ਼ਨ ਦੀ ਅਪਰੋਚ ਨੂੰ ਪ੍ਰੈਫਰ ਕਰਦਾ ਹੁੰਦਾ। ਅਤੇ ਇਹਦਾ ਜਿਹੜਾ ਤਿੰਨਾਂ ਨਾਲ ਚਾਹੀਦਾ, ਕਿਹੜੇ ਕਿਹੜੇ ਆਪਸ਼ਨ 'ਚ ਹੈ? ਆ ਲਓ ਜੀ, ਕਿਸੇ ਦੇ ਵਿੱਚ ਵੀ ਨਹੀਂ ਹੈਗਾ, ਇੱਕੋ ਹੈ। ਤਾਂ ਆਨਸਰ ਤਾਂ ਆਪਣਾ ਤੁਹਾਨੂੰ ਪਤਾ ਲੱਗ ਗਿਆ ਕਿ ਆਪਸ਼ਨ ਨੰਬਰ ਸੀ ਜਿਹੜਾ ਕਰੈਕਟ ਆਨਸਰ ਹੈ। ਦੈਟ ਮੀਨਸ ਇਹਦੇ ਹਿਸਾਬ ਨਾਲ ਜਿਹੜਾ 6th ਹੈ ਉਹ ਟਰਾਈਬਲ ਏਰੀਆ, 8th ਦੇ ਵਿੱਚ ਤੁਹਾਨੂੰ ਪਤਾ ਹੀ ਹੈ ਲੈਂਗੁਏਜਿਸ ਨੇ, ਕਿਉਂਕਿ ਟੋਟਲ 22 ਲੈਂਗੁਏਜਿਸ ਨੇ, ਅਤੇ 9th ਆਇਆ ਸੀਗਾ ਜੀ ਲੈਂਡ ਰਿਫੋਰਮ।
ਤੇ ਆਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਤੇ ਤੁਸੀਂ ਆਹ ਚਾਰਟ ਵੀ ਚੰਗੀ ਤਰ੍ਹਾਂ ਦੇਖ ਲਿਓ, ਕਿਉਂਕਿ 10th 11th 12th ਇੱਕ 8ਵਾਂ ਤੇ ਇੱਕ 6ਵਾਂ, ਇਹ ਤਾਂ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈਗਾ, ਕਿਉਂਕਿ ਕਾਫੀ ਜ਼ਿਆਦਾ ਫੇਮਸ ਨੇ। ਤੇ ਅੱਜ ਕੱਲ੍ਹ ਜਿਹੜਾ 7th ਬਾਰੇ ਵੀ ਪੁੱਛਿਆ ਜਾਣ ਲੱਗਿਆ ਜਾ ਚੁੱਕਿਆ ਕਿ ਕਿਹੜੀ ਚੀਜ਼ਾਂ ਯੂਨੀਅਨ ਲਿਸਟ ਦੇ ਵਿੱਚ ਨੇ, ਕਿਹੜੀ ਸਟੇਟ ਲਿਸਟ ਦੇ ਵਿੱਚ ਨੇ, ਕਿਹੜੀ ਕੰਕਰੈਂਟ ਲਿਸਟ ਦੇ ਵਿੱਚ ਨੇ। ਉਸ ਤੋਂ ਬਾਅਦ ਕਹਿ ਰਿਹਾ ਜੀ, ਪ੍ਰੋਵੀਜ਼ਨ ਆਫ ਸ਼ੈਡਿਊਲ 6 ਆਫ ਦਾ ਕਨਸਟੀਟਿਊਸ਼ਨ ਡਜ਼ ਨਾਟ ਅਪਲਾਈ ਟੂ ਵਿਚ ਆਫ ਦੀ ਸਟੇਟ, ਯਾਨੀ ਕਿ ਜਿਹੜਾ ਸ਼ੈਡਿਊਲ 6ਵਾਂ ਹੈ ਉਹ ਕਿਹੜੇ ਸਟੇਟ ਦੇ ਉੱਪਰ ਲਾਗੂ ਨਹੀਂ ਹੁੰਦਾ ਹੈਗਾ। ਕੁਐਸਚਨ ਕਾਫੀ ਇੰਪੋਰਟੈਂਟ ਹੈ, ਉਹ ਆਪਾਂ ਦੇਖ ਹੀ ਲੈਣਾ ਚਾਰਟ ਦੇ ਵਿੱਚ। ਆ ਕੀ ਕਹਿੰਦਾ ਹੈ ਜੀ, ਕੰਟੇਨ ਪ੍ਰੋਵੀਜ਼ਨ ਐਸ ਟੂ ਦਾ ਐਡਮਿਨਿਸਟ੍ਰੇਸ਼ਨ ਆਫ ਟਰਾਈਬਲ ਏਰੀਆ ਇਨ ਦਾ ਸਟੇਟ ਆਫ ਆਸਮ, ਮੇਘਾਲਿਆ, ਤ੍ਰਿਪੁਰਾ ਐਂਡ ਮਿਜ਼ੋਰਮ। ਜੇਕਰ ਤੁਹਾਡੀ ਨਾ ਮੈਪ ਦੇ ਉੱਪਰ ਪਕੜ ਹੈ ਨਾ, ਤਾਂ ਤੁਸੀਂ ਇਸ ਕੁਐਸਚਨ ਨੂੰ ਬੜੇ ਪਿਆਰ ਨਾਲ ਯਾਦ ਰੱਖ ਸਕਦੇ ਹੋ। ਤਾਂ ਮੈਪ 'ਤੇ ਵੀ ਨਾ ਟਾਈਮ ਲਾਇਆ ਕਰੋ ਆਪਣਾ, ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆ, ਸਕਿੱਲਫੁਲ ਹੋਣਾ ਕਾਫੀ ਜ਼ਰੂਰੀ ਹੈ। ਸਕਿੱਲਫੁਲ ਹੋ ਜਾਓਗੇ ਤਾਂ ਐਗਜ਼ਾਮ ਆਪਣੇ ਆਪ ਨਿਕਲ ਜਾਊਗਾ। ਜੇਕਰ ਸਿਰਫ ਪੇਪਰ ਪਾਸ ਕਰਨ ਲਈ ਪੜ੍ਹਨਾ ਹੈ ਤਾਂ ਸ਼ਾਇਦ ਤੁਸੀਂ ਗਲਤ ਚੀਜ਼ ਕਰ ਰਹੇ ਹੋ। ਤਾਂ ਅਸਮ ਦੇ ਵਿੱਚ ਹੈ ਜੀ, ਮੇਘਾਲਿਆ ਦੇ ਵਿੱਚ ਹੈ, ਤ੍ਰਿਪੁਰਾ ਦੇ ਵਿੱਚ ਹੈ ਅਤੇ ਮਿਜ਼ੋਰਮ ਦੇ ਵਿੱਚ ਹੈ। ਮਣੀਪੁਰ ਦਾ ਕੋਈ ਇੰਕਲੂਡ ਨਹੀਂ ਹੈਗਾ। ਤਾਂ ਆਨਸਰ ਕੀ ਹੋ ਜਾਊਗਾ, ਮਣੀਪੁਰ, ਕਿਉਂਕਿ ਪੁੱਛਿਆ ਹੀ ਹੋਇਆ ਕਿ ਡਜ਼ ਨਾਟ ਅਪਲਾਈ। ਆ 4 ਸਟੇਟ ਨੇ ਜੀ, ਧਿਆਨ ਰੱਖਿਓ ਇਸ ਗੱਲ ਦਾ, ਭਾਵੇਂ ਤੁਸੀਂ ਸਕਰੀਨਸ਼ਾਟ ਵੀ ਲੈ ਲਓ ਇਹਦਾ। ਉਸ ਤੋਂ ਬਾਅਦ ਹੈ ਨੈਕਸਟ ਕੁਐਸਚਨ ਤੇ ਲਾਸਟ ਕੁਐਸਚਨ ਇਸ ਵੀਡੀਓ ਦਾ, ਵਿਚ ਕੰਟਰੀ ਹੈਜ਼ ਸਿਕਿਉਰਡ ਦਾ ਫਸਟ ਪੋਜੀਸ਼ਨ ਇਨ ਦਾ ਕਰਪਸ਼ਨ ਪਰਸੈਪਸ਼ਨ ਇੰਡੈਕਸ 2020। ਯਾਨੀ ਕਿ ਕਰਪਸ਼ਨ ਪਰਸੈਪਸ਼ਨ ਇੰਡੈਕਸ ਦੇ ਵਿੱਚ 2020 ਦੇ ਵਿੱਚ ਜਿਹੜੀ ਰਿਲੀਜ਼ ਹੋਇਆ ਹੋਣੀ, ਪਿਛਲੇ ਮਹੀਨੇ ਹੀ ਰਿਲੀਜ਼ ਹੋਇਆ ਸੀਗਾ, ਤਾਂ ਇਹਦੇ ਵਿੱਚ ਫਸਟ ਪੋਜੀਸ਼ਨ ਕੀ ਦੀ ਆਈ ਹੈ। ਤਾਂ ਆ ਆਈ ਹੈ ਜੀ, ਚਲੋ ਆਪਾਂ ਇੱਕ ਇਮੇਜ ਦੇਖ ਲੈਂਦੇ ਹਾਂ ਪਹਿਲਾਂ। ਆ ਚਾਰਟ ਹੈਗਾ, ਪਹਿਲੇ ਰੈਂਕ 'ਤੇ ਕੌਣ ਕੌਣ ਹੈ, ਡੈਨਮਾਰਕ ਅਤੇ ਨਿਊਜ਼ੀਲੈਂਡ ਹੈ। ਤਾਂ ਡੈਨਮਾਰਕ ਅਤੇ ਨਿਊਜ਼ੀਲੈਂਡ ਦੈਟ ਮੀਨਸ ਬੋਥ ਏ ਐਂਡ ਬੀ, ਤਾਂ ਆਨਸਰ ਹੋ ਜਾਊਗਾ ਆਪਣਾ ਆਪਸ਼ਨ ਨੰਬਰ ਡੀ। ਅਤੇ ਮੈਂ ਫਿਰ ਉਹੀ ਗੱਲ ਕਰਾਂਗਾ ਕਿ ਇੰਡੀਆ ਦਾ ਰੈਂਕ ਕਿਹੜਾ ਸੀਗਾ। ਆਹ ਤਾਂ ਗੱਲ ਆਪਾਂ ਧਿਆਨ ਰੱਖਣੀ ਹੀ ਰੱਖਣੀ ਹੈ। ਮੈਂ ਫਿਰ ਰਿਪੀਟ ਕਰ ਦਿੰਦਾ, ਕੋਈ ਵੀ ਇੰਡੈਕਸ ਪੜ੍ਹਦੇ ਹੋ ਤਾਂ ਫਸਟ ਕੌਣ ਆਇਆ ਸੀਗਾ ਅਤੇ ਇੰਡੀਆ ਦਾ ਰੈਂਕ ਕਿੰਨਾ ਹੈਗਾ। ਤਾਂ ਇੰਡੀਆ ਦਾ ਰੈਂਕ ਕਿੰਨਾ ਜੀ, 86। ਵੈਸੇ ਯਾਦ ਕਰਨਾ ਕਾਫੀ ਈਜ਼ੀ ਹੋ ਗਿਆ। ਵੈਸੇ ਅੱਜ ਮੈਂ 2 ਕੁਐਸਚਨ ਮੈਂ ਜਾਣਬੁੱਝ ਕੇ ਚੱਕੇ ਸੀਗੇ ਤਾਂ ਕਿ ਤੁਸੀਂ ਰਿਲੇਟ ਕਰ ਪਾਓ ਕਿ ਕਰੋਨਾ ਦੇ ਵਿੱਚ ਵੀ ਜਿਹੜਾ ਇੰਡੀਆ ਦਾ ਇੰਡੈਕਸ ਸੀਗਾ ਉਹਦੀ ਰੈਂਕ ਸੀਗੀ 86 ਅਤੇ ਕਰਪਸ਼ਨ ਪਰਸੈਪਸ਼ਨ ਇੰਡੈਕਸ ਦੇ ਵਿੱਚ ਵੀ ਇੰਡੀਆ ਦੀ ਰੈਂਕ ਹੈ 86। ਯਾਦ ਕਰਨਾ ਆਸਾਨ ਹੋਊਗਾ। ਇੱਕ ਹੋਰ ਦੱਸ ਦਿੰਦਾ, 85 ਰੈਂਕ ਕਿਹਦੇ ਵਿੱਚ ਆਪਣੀ, ਹੈਂਡਲੀ ਪਾਸਪੋਰਟ ਇੰਡੈਕਸ ਦੇ ਵਿੱਚ। ਹੁਣ 3 ਤੁਹਾਨੂੰ ਇੰਡੈਕਸ ਯਾਦ ਹੋ ਚੁੱਕੇ ਨੇ। ਮੈਂ ਡੇਲੀ ਟਰਾਈ ਕਰਾਂਗਾ ਕਿ 1 ਜਾਂ 2 ਇੰਡੈਕਸ ਪੁੱਛਦਾ ਰਹਾਂ ਤਾਂ ਕਿ ਤੁਹਾਨੂੰ ਐਗਜ਼ਾਮ ਤੱਕ ਸਾਰੇ ਹੀ ਯਾਦ ਹੋ ਜਾਣ। ਅਤੇ ਐਗਜ਼ਾਮ ਦੇ ਵਿੱਚ ਜੇ ਕੁਐਸਚਨ ਪੁੱਛੋ ਤਾਂ ਤੁਸੀਂ ਫਟਕ ਦੇਣੇ ਆਨਸਰ ਲਾ ਦਿਓ ਵੀ ਹਾਂ ਮੈਨੂੰ ਆਨਸਰ ਇਹਦਾ ਪਤਾ ਹੈ। ਤਾਂ ਸੀਗਾ ਅੱਜ ਦਾ ਆਪਣਾ ਸੈਸ਼ਨ। ਜੇਕਰ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰੋ, ਵੀ ਨੰਬਰ ਆਫ ਲਾਈਕ ਹਮੇਸ਼ਾ ਹੀ ਘੱਟ ਰਹਿੰਦੇ ਨੇ ਨੰਬਰ ਆਫ ਵਿਊਜ਼ ਦੇ, ਜੇਕਰ ਆਪਾਂ ਕੰਪੈਰੀਟਿਵਲੀ ਦੇਖੀਏ। ਅਤੇ ਜੇਕਰ ਤੁਹਾਨੂੰ ਵੀਡੀਓ ਤੋਂ ਫਾਇਦਾ ਮਿਲ ਰਿਹਾ ਤਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਹੋਰ ਬੱਚੇ ਆਪਣੇ ਨਾਲ ਜੁੜਨ। ਤਾਂ ਥੈਂਕਸ ਫॉर ਵਾਚਿੰਗ, ਜਲਦੀ ਮਿਲਾਂਗੇ, ਜੈ ਹਿੰਦ।